ਪਿਆਰੇ ਵਿਦਿਆਰਥੀਓ, ਅੱਜ ਆਪਾਂ ਜਮਾਤ 10ਵੀਂ ਦੇ ਪਾਠ ਨੰਬਰ 10 ਪ੍ਰਕਾਸ਼ ਦੇ ਪਰਿਵਰਤਨ ਅਤੇ ਅਪਵਰਤਨ ਵਿੱਚੋਂ ਲੈ ਗਏ ਇੱਕ ਬਹੁਤ ਹੀ ਦਿਲਚਸਪ ਟੌਪਿਕ ਪ੍ਰਕਾਸ਼ ਪਰਿਵਰਤਨ ਦੇ ਨਿਯਮ ਬਾਰੇ ਜਾਣਕਾਰੀ ਹਾਸਲ ਕਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਕਾਸ਼ ਹਮੇਸ਼ਾ ਸਿੱਧੀ ਰੇਖਾ ਵਿੱਚ ਚੱਲਦਾ ਹੈ, ਪਰ ਜੇਕਰ ਇਸ ਦੇ ਰਸਤੇ ਵਿੱਚ ਅਸੀਂ ਕੋਈ ਅਪਾਰਦਰਸ਼ੀ ਵਸਤੂ ਰੱਖ ਦਈਏ ਤਾਂ ਪ੍ਰਕਾਸ਼ ਉਸੇ ਨਾਲ ਟਕਰਾ ਕੇ ਵਾਪਸ ਉਸੇ ਮਾਧਿਅਮ ਵਿੱਚ ਆ ਜਾਂਦਾ ਹੈ, ਜਿਸ ਨੂੰ ਅਸੀਂ ਪ੍ਰਕਾਸ਼ ਦਾ ਪਰਿਵਰਤਨ ਕਹਿੰਦੇ ਹਾਂ। ਪ੍ਰਕਾਸ਼ ਵਸਤੂ ਨਾਲ ਟਕਰਾਉਣ ਤੋਂ ਬਾਅਦ ਕਿਸ ਰਸਤੇ ਵਾਪਸ ਜਾਂਦਾ ਹੈ, ਇਸ ਦਾ ਨਿਰਧਾਰਨ ਪ੍ਰਕਾਸ਼ ਦੇ ਪਰਿਵਰਤਨ ਦੇ ਇੱਕ ਨਿਯਮ ਅਨੁਸਾਰ ਹੁੰਦਾ ਹੈ, ਜਿਸ ਨੂੰ ਅਸੀਂ ਪ੍ਰਕਾਸ਼ ਦੇ ਪਰਿਵਰਤਨ ਦਾ ਨਿਯਮ ਕਹਿੰਦੇ ਹਾਂ। ਇਸ ਨਿਯਮ ਨੂੰ ਅੱਜ ਅਸੀਂ ਇਸ ਐਨੀਮੇਸ਼ਨ ਰਾਹੀਂ ਸਮਝਾਂਗੇ। ਜਿਵੇਂ ਕਿ ਪ੍ਰਕਾਸ਼ ਦੇ ਰਸਤੇ ਵਿੱਚ ਇੱਕ ਦਰਪਣ ਰੱਖਿਆ ਗਿਆ, ਤਾਂ ਇਹ ਪ੍ਰਕਾਸ਼ ਕਿਰਨ ਜੋ ਕਿ ਦਰਪਣ ਦੇ ਨਾਲ ਟਕਰਾ ਰਹੀ ਹੈ, ਇਸ ਨੂੰ ਅਸੀਂ ਆਪਤਿਤ ਕਿਰਨ ਜਾਂ ਇਨਸੀਡੈਂਟ ਰੇ ਕਹਿੰਦੇ ਹਾਂ। ਜਿਸ ਪੁਆਇੰਟ 'ਤੇ ਇਹ ਆਪਤਿਤ ਕਿਰਨ ਦਰਪਣ ਦੇ ਨਾਲ ਟਕਰਾਉਂਦੀ ਹੈ, ਉਸ ਨੂੰ ਆਪਤਨ ਬਿੰਦੂ ਜਾਂ ਪੁਆਇੰਟ ਆਫ ਇਨਸੀਡੈਂਸ ਕਿਹਾ ਜਾਂਦਾ ਹੈ। ਇਸ ਆਪਤਨ ਬਿੰਦੂ ਤੋਂ ਅਸੀਂ ਦਰਪਣ ਦੇ ਨਾਲ ਇੱਕ 90 ਡਿਗਰੀ ਦਾ ਕੋਣ ਬਣਾਉਂਦੇ ਹਾਂ, ਜਿਸ ਨੂੰ ਅਬਿਲੰਬ ਜਾਂ ਨਾਰਮਲ ਕਿਹਾ ਜਾਂਦਾ ਹੈ। ਆਪਤਿਤ ਕਿਰਨ ਇਸ ਅਬਿਲੰਬ, ਜਿਸ ਨੂੰ ਅਸੀਂ ਨਾਰਮਲ ਕਹਿੰਦੇ ਹਾਂ, ਦੇ ਨਾਲ ਇੱਕ ਕੋਣ ਬਣਾਉਂਦੀ ਹੈ, ਜਿਸ ਨੂੰ ਅਸੀਂ ਆਪਤਨ ਕੋਣ ਕਹਿੰਦੇ ਹਾਂ। ਇਸ ਕੋਣ ਨੂੰ ਅਸੀਂ ਸਮਾਲ ਆਈ ਲੈਟਰ ਦੇ ਨਾਲ ਦਰਸਾਉਂਦੇ ਹਾਂ। ਜਦੋਂ ਇਹ ਇਨਸੀਡੈਂਟ ਰੇ ਦਰਪਣ ਨਾਲ ਟਕਰਾਉਂਦੀ ਹੈ ਤਾਂ ਟਕਰਾ ਕੇ ਉਸੇ ਮਾਧਿਅਮ ਵਿੱਚ ਵਾਪਸ ਚਲੀ ਜਾਂਦੀ ਹੈ, ਜਿਸ ਨੂੰ ਅਸੀਂ ਪਰਾਵਰਤਿਤ ਕਿਰਨ ਕਹਿੰਦੇ ਹਾਂ। ਇਹ ਪਰਾਵਰਤਿਤ ਕਿਰਨ ਅਬਲੰਬ ਦੇ ਨਾਲ ਜੋ ਕੋਣ ਬਣਾਉਂਦੀ ਹੈ, ਉਸ ਨੂੰ ਪਰਾਵਰਤਨ ਕੋਣ ਕਿਹਾ ਜਾਂਦਾ ਹੈ। ਇਸ ਪਰਾਵਰਤਨ ਕੋਣ ਨੂੰ ਅਸੀਂ ਅੰਗਰੇਜ਼ੀ ਦੇ ਸਮਾਲ ਲੈਟਰ ਆਰ ਦੇ ਨਾਲ ਦਰਸਾਉਂਦੇ ਹਾਂ। ਪਰਿਵਰਤਨ ਦੇ ਨਿਯਮ ਦੇ ਅਨੁਸਾਰ ਐਂਗਲ ਆਈ ਹਮੇਸ਼ਾ ਐਂਗਲ ਆਰ ਦੇ ਬਰਾਬਰ ਹੁੰਦਾ ਹੈ, ਜਿਸ ਦਾ ਮਤਲਬ ਹੈ ਕਿ ਜੇਕਰ ਐਂਗਲ ਆਈ ਆਪਤਨ ਕੋਣ 30 ਡਿਗਰੀ ਹੈ ਤਾਂ ਐਂਗਲ ਆਰ ਪਰਾਵਰਤਨ ਕੋਣ ਵੀ 30 ਡਿਗਰੀ ਹੋਵੇਗਾ। ਇਹ ਦੋਨੋਂ ਕੋਣ ਅਬਲੰਬ ਤੋਂ ਮਾਪੇ ਜਾਂਦੇ ਹਨ, ਨਾ ਕਿ ਦਰਪਣ ਤੋਂ। ਦੂਜੇ ਨਿਯਮ ਅਨੁਸਾਰ ਪਰਾਵਰਤਿਤ ਕਿਰਨ, ਆਪਤਿਤ ਕਿਰਨ ਅਤੇ ਅਬਲੰਬ ਹਮੇਸ਼ਾ ਇੱਕੋ ਹੀ ਤਲ ਵਿੱਚ ਹੁੰਦੇ ਹਨ। ਆਓ ਹੁਣ ਅਸੀਂ ਇਸ ਪ੍ਰਕਾਸ਼ ਪਰਿਵਰਤਨ ਦੇ ਨਿਯਮ ਨੂੰ ਪ੍ਰੈਕਟੀਕਲੀ ਕਰਕੇ ਦੇਖਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਸਤ੍ਹਾ ਦੇ ਉੱਪਰ ਇਹ ਇੱਕ ਦਰਪਣ ਰੱਖਿਆ। ਇਸ ਦਰਪਣ ਤੋਂ ਅਸੀਂ 90 ਡਿਗਰੀ 'ਤੇ ਇੱਕ ਅਬਿਲੰਬ, ਜਿਸ ਨੂੰ ਨਾਰਮਲ ਕਹਿੰਦੇ ਹਾਂ, ਉਹ ਬਣਾਇਆ ਹੈ। ਇਸ ਤੋਂ ਬਾਅਦ ਅਸੀਂ ਆਪਾਤੀ ਕਿਰਨ ਜੋ ਇਸ ਦਰਪਣ ਨਾਲ ਟਕਰਾਉਂਦੀ ਹੈ, ਉਸ ਨੂੰ ਚੈਸ ਦੀਆਂ ਇਹਨਾਂ ਗੀਟੀਆਂ ਨਾਲ ਦਰਸਾਵਾਂਗੇ। ਇਹ ਆਪਾਤੀ ਕਿਰਨ ਜਦੋਂ ਦਰਪਣ ਨਾਲ ਟਕਰਾ ਕੇ ਵਾਪਸ ਪਹਿਲੇ ਮਾਧਿਅਮ ਵਿੱਚ ਜਾਂਦੀ ਹੈ, ਜਿਸ ਨੂੰ ਪਰਾਵਰਤਿਤ ਕਿਰਨ ਕਹਿੰਦੇ ਹਾਂ। ਇਸ ਦਾ ਮਾਰਗ ਦੇਖਣ ਵਾਸਤੇ ਅਸੀਂ ਚੈਸ ਦੀਆਂ ਇਹਨਾਂ ਗੀਟੀਆਂ ਨੂੰ ਇਸ ਤਰ੍ਹਾਂ ਰੱਖਾਂਗੇ ਕਿ ਇਹ ਸਾਨੂੰ ਇੱਕ ਹੀ ਰੇਖਾ ਵਿੱਚ ਦਿਖਾਈ ਦੇਣ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਆਪਤਿਤ ਕਿਰਨ ਦਰਪਣ ਨਾਲ ਟਕਰਾਉਣ ਤੋਂ ਬਾਅਦ ਪਰਾਵਰਤਿਤ ਕਿਰਨ ਵਿੱਚ ਬਦਲ ਜਾਂਦੀ ਹੈ ਅਤੇ ਆਪਤਿਤ ਕਿਰਨ ਅਤੇ ਪਰਾਵਰਤਿਤ ਕਿਰਨ ਦੁਆਰਾ ਬਣਾਏ ਗਏ ਆਪਤਨ ਕੋਣ ਅਤੇ ਪਰਾਵਰਤਨ ਕੋਣ ਦੋਨੇ ਬਰਾਬਰ ਹੁੰਦੇ ਹਨ। ਇਹ ਲਾਅ ਆਫ ਰਿਫਲੈਕਸ਼ਨ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਲਾਹੇਵੰਦ ਹੈ। ਜਿਵੇਂ ਕਿ ਇਸ ਦੀ ਵਰਤੋਂ ਸੂਰਜੀ ਕੁੱਕਰ ਵਿੱਚ ਕਿਰਨਾਂ ਨੂੰ ਰਿਫਲੈਕਟ ਕਰਨ ਅਤੇ ਆਵਾਜਾਈ ਦੇ ਸਾਧਨਾਂ ਵਿੱਚ ਪਿੱਛੇ ਦੀ ਆਵਾਜਾਈ ਦੇਖਣ ਦੇ ਕੰਮ ਆਉਂਦਾ ਹੈ।